ਧੰਨ ਵਾਹਿਗੁਰੂ ਸਾਹਿਬ ਜੀ। ਹਰ ਆਪ ਵਰਤੈ ਆਪ, ਹਰ ਆਪ ਬੁਲਾਇਂਦਾ ਹਰ ਆਪੇ ਸਰਿਸ਼ਟ ਸਵਾਰ। ਸਿਉ ਧੰਦੈ ਲਾਇਂਦਾ ਇਕ ਨਾ ਮਾਰਗ ਪਾਇ, ਇਕ ਆਪ ਖੁਆਇਂਦਾ ਇਕ ਨਾ ਭਗਤੀ ਲਾਇ, ਇਕ ਉਜੜ ਪਾਇਂਦਾ ਜਨ ਨਾਨਕ ਨਾਮ ਧਿਆਇ। ਗੁਰਮੁਖ ਗੁਣ ਗਾਇਂਦਾ ਬੇਸ਼ੁਮਾਰ ਅਥਾਹ ਅਗਨਤ ਅਤੁਲੈ। ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਪਰਮ ਸਨਮਾਨਯੋਗ ਦੀਨਾਨਾਥ ਪਰਮ ਕਿਰਪਾਲੂ ਰੂਹਾਨੀਅਤ ਦੇ ਮੁਜੱਸਮੇ ਦੀਨ ਬੰਧੂ ਸ਼ਬਦ ਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਮੁਕੱਦਸ ਹਜ਼ੂਰੀ ਅੰਦਰ ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਦਿਨ ਦੇ ਦੂਜੇ ਪਹਿਰ ਦੀ ਹਾਜ਼ਰੀ ਭਰ ਰਹੇ ਗੁਰੂ ਕੇ ਅਜ਼ੀਜ਼ ਪਿਆਰੇ ਸਤ ਸੰਗੀ ਜਨੋ, ਆਪ ਜੀ ਧੰਨਤਾ ਦੇ ਯੋਗ ਹੋ ਜਿਨ੍ਹਾਂ ਨੇ ਹਾਜ਼ਰੀ ਭਰੀ ਹੈ। ਆਓ ਅੰਮ੍ਰਿਤ ਬਾਣੀ ਦੇ ਵਿੱਚੋਂ ਉਸ ਵਾਹਿਗੁਰੂ ਅਕਾਲ ਪੁਰਖ ਦੀ ਸਿਫਤੋ ਸਲਾਹ ਕਰਨ ਤੋਂ ਪਹਿਲਾਂ ਅਦਬ ਦੇ ਨਾਲ ਗੁਰ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚ
ਅਨੇਕਾਂ ਵਿਸ਼ੇ ਨੇ, ਪਰ ਸਾਰੇ ਵਿਸ਼ਿਆਂ ਦੇ ਵਿੱਚੋਂ ਇੱਕ ਵਿਸ਼ਾ ਐਸਾ ਹੈ ਜਿਸ ਦੇ ਦੁਆਲੇ ਬਾਕੀ ਸਾਰੇ ਵਿਸ਼ੇ ਹੀ ਕਹਿ ਲਈਏ ਜਾਂ ਪਰਿਕਰਮਾ ਕਰਦੇ ਨੇ ਜਾਂ ਉਸ ਦੀ ਵਿਆਖਿਆ ਕਰਦੇ ਨੇ। ਜੋ ਆਰੰਭ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਓੰਕਾਰ ਉਚਾਰਨ ਕੀਤਾ ਹੈ, ਇੱਕ ਓੰਕਾਰ ਨੂੰ ਪ੍ਰਾਪਤ ਕਿਵੇਂ ਕਰਨਾ ਹੈ, ਇੱਕ ਓੰਕਾਰ ਦੇ ਨਾਲ ਕਿਵੇਂ ਜੁੜਨਾ ਹੈ, ਵਾਹਿਗੁਰੂ ਦੇ ਨਾਲ ਜੁੜਨ ਦੇ ਵਿੱਚ ਕਿਹੜੀਆਂ ਕਿਹੜੀਆਂ ਰੁਕਾਵਟਾਂ ਨੇ, ਉਹਨਾਂ ਦਾ ਜ਼ਿਕਰ, ਉਹਨਾਂ ਸਵਾਲਾਂ ਦਾ ਜਵਾਬ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚੋਂ ਸਾਨੂੰ ਪ੍ਰਾਪਤ ਹੋਵੇਗਾ। ਕਿਹੜੇ ਐਸੇ ਕਰਮ ਨੇ, ਕਰਮ ਕਾਂਡ ਨੇ, ਰਸਮਾਂ ਨੇ ਜਿਨ੍ਹਾਂ ਦੇ ਕਰਕੇ ਆਪਾਂ ਜੀਵਨ ਉਸ ਇੱਕ ਤੋਂ ਟੁੱਟ ਕੇ ਗਵਾ ਰਹੇ ਹਾਂ। ਪਰ ਸਾਰੀ ਗੁਰਬਾਣੀ ਦਾ ਜਿਹੜਾ ਕੇਂਦਰੀ ਭਾਵ ਹੈ ਉਹ ਇੱਕ ਓੰਕਾਰ ਦੇ ਨਾਲ ਜੁੜਨ ਦੇ ਪਰਥਾਏ ਹੈ। ਤੇ ਜਦੋਂ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਪੜ੍ਹਦੇ ਹਾਂ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਈ ਇਸ ਤਰ੍ਹਾਂ ਦਾ ਅੰਗ ਨਹੀਂ ਹੈ ਜਿਸ ਅੰਗ ਦੇ ਵਿੱਚ ਉਸ ਪਰਮਾਤਮਾ ਦੀ ਵਿਚਾਰ ਨਾ ਹੋਵੇ। ਇਸ ਕਰਕੇ ਅੱਜ ਉਸ ਵਾਹਿਗੁਰੂ ਦੇ ਬਾਰੇ ਆਪਾਂ ਜ਼ਿਕਰ ਕਰਨ ਦਾ ਯਤਨ ਕਰਨਾ ਹੈ। ਜੋ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਰੰਭ ਦੇ ਵਿੱਚ ਇੱਕ ਓੰਕਾਰ ਉਚਾਰਨ ਕੀਤਾ ਹੈ, ਇੱਕ ਓੰਕਾਰ ਸ਼ਬਦ ਸਿੱਖ ਧਰਮ ਦੇ ਵਿੱਚ ਇੱਕ ਵਿਲੱਖਣ ਥਾਂ ਰੱਖਦਾ ਹੈ। ਭਾਵੇਂ ਕਿ ਇੱਕ ਓੰਕਾਰ ਜਿਹੜਾ ਸ਼ਬਦ ਹੈ, ਓਮ ਲਫ਼ਜ਼ ਜਿਹੜਾ ਹੈ ਉਹ ਜੈਨ ਧਰਮ ਨੇ ਪਹਿਲਾਂ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਵਰਤਿਆ ਹੈ, ਬੁੱਧ ਧਰਮ ਨੇ ਵਰਤਿਆ ਹੈ। ਸਨਾਤਨ ਮਤ ਨੇ ਆਪਣੇ ਗ੍ਰੰਥਾਂ ਦੇ ਵਿੱਚ ਇਸ ਸ਼ਬਦ ਨੂੰ ਵਰਤਿਆ ਹੈ। ਪਰ ਜਦੋਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਓੰਕਾਰ ਦੇ ਨਾਲ ਇੱਕ ਲਗਾ ਦਿੱਤਾ ਤੇ ਇਹ ਸ਼ਬਦ ਇੱਕ ਵਿਲੱਖਣ ਆਪਣੀ ਥਾਂ ਰੱਖਦਾ ਹੈ। ਕਾਰਨ ਕੀ ਹੈ ਕਿ ਇਹ ਸ਼ਬਦ ਸਿੱਖ ਧਰਮ ਦੇ ਵਿੱਚ ਇੱਕ ਵਿਲੱਖਣ ਹੋ ਗਿਆ ਹੈ? ਕਿਉਂਕਿ ਜਿਹੜਾ ਓਮ ਸ਼ਬਦ ਹੈ, ਓਮ ਤੋਂ ਹਿੰਦੂ ਵੀਰਾਂ ਨੇ ਅਰਥ ਕੀਤੇ ਨੇ ਆਕਾਰ, ਉਕਾਰ ਤੇ ਮੁਕਾਰ, ਭਾਵ ਬ੍ਰਹਮਾ, ਵਿਸ਼ਨੂੰ ਤੇ ਮਹੇਸ਼। ਉਹਨਾਂ ਨੇ ਓਮ ਸ਼ਬਦ ਨੂੰ ਪਵਿੱਤਰ ਜਾਣ ਕੇ ਤਿੰਨਾਂ ਦੇਵਤਿਆਂ ਦੇ ਨਾਲ ਜੋੜ ਦਿੱਤਾ ਤੇ ਉਹਨਾਂ ਨੂੰ ਹੀ ਸੰਸਾਰ ਦੇ ਚਲਾਉਣ ਵਾਲੇ ਮੰਨ ਲਿਆ, ਸਵੀਕਾਰ ਕਰ ਲਿਆ। ਪਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਤਿੰਨ ਨਹੀਂ, ਉਹ ਇੱਕੋ ਹੀ ਹੈ ਜੋ ਪੈਦਾ ਕਰ ਰਿਹਾ, ਜੋ ਪਾਲ ਰਿਹਾ ਤੇ ਜੋ ਇਸ ਸੰਸਾਰ ਨੂੰ ਖਤਮ ਕਰ ਰਿਹਾ, ਮਾਰ ਰਿਹਾ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਅੰਮ੍ਰਿਤ ਬਾਣੀ ਦੇ ਵਿੱਚ ਜਿਹੜਾ ਇਹ ਸ਼ਬਦ ਵਰਤਦੇ ਨੇ, ਇੱਕ ਮਹਾਰਾਜ ਜੀ ਨੇ ਇੱਥੇ ਹਿੰਦਸੇ ਵਾਲਾ ਵਰਤਿਆ, ਅੱਖਰਾਂ ਦੇ ਵਿੱਚ ਨਹੀਂ ਵਰਤਿਆ। ਕਿਉਂਕਿ ਜਦੋਂ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਪੜ੍ਹਦੇ ਹਾਂ ਤੇ ਜਿਹੜਾ ਅੱਖਰਾਂ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ ਉਹ ਆਮ ਤੌਰ ਤੇ ਤਿੰਨਾਂ ਰੂਪਾਂ ਦੇ ਵਿੱਚ ਸਾਨੂੰ ਮਿਲੇਗਾ। ਥੋੜਾ ਜਿਹਾ ਤਵੱਜੋ ਦੇ ਕੇ ਸਰਵਣ ਕਰਿਆ ਜੇ। ਇੱਕ ਸ਼ਬਦ ਆਉਂਦਾ ਈੜੀ ਨੂੰ ਸਿਹਾਰੀ ਤੇ ਕੱਕਾ ਮੁਕਤਾ। ਇਸ ਦਾ ਅਰਥ ਹੁੰਦਾ ਹੈ ਇਸਤਰੀ ਲਿੰਗ ਦਾ ਵਿਸ਼ੇਸ਼ਣ। ਤੇ ਜਦੋਂ ਈੜੀ ਨੂੰ ਸਿਹਾਰੀ ਤੇ ਕੱਕੇ ਨੂੰ ਸਿਹਾਰੀ ਆਉਂਦਾ ਹੈ, ਇਸ ਦਾ ਅਰਥ ਹੈ ਬਹੁਵਚਨ। ਉੱਥੇ ਇੱਕ ਵਚਨ ਪੁਲਿੰਗ ਨਹੀਂ ਹੋਵੇਗਾ। ਤੇ ਜਦੋਂ ਈੜੀ ਨੂੰ ਸਿਹਾਰੀ, ਕੱਕੇ ਨੂੰ ਔਂਕੜ ਆਉਂਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅੰਮ੍ਰਿਤ ਬਾਣੀ ਦੇ ਵਿੱਚ ਇਸ ਦਾ ਅਰਥ ਹੋਵੇਗਾ ਇੱਕ ਵਚਨ ਪੁਲਿੰਗ। ਇਹ ਸਾਨੂੰ ਜਪਜੀ ਸਾਹਿਬ ਦੇ ਵਿੱਚੋਂ ਹੀ ਤਿੰਨੇ ਰੂਪ ਵੇਖਣ ਨੂੰ ਮਿਲ ਜਾਣਗੇ। ਜਦੋਂ ਆਪਾਂ ਸ਼ਬਦ ਪੜ੍ਹਦੇ ਹਾਂ ਕਿ ਇੱਕ ਹੁਕਮੀ ਸਦਾ ਭਵਾਈਆਂ ਹੈ, ਉੱਥੇ ਜਿਹੜਾ ਇੱਕ ਸ਼ਬਦ ਆਇਆ ਈੜੀ ਨੂੰ ਸਿਹਾਰੀ ਤੇ ਕੱਕੇ ਨੂੰ ਸਿਹਾਰੀ ਦੇ ਨਾਲ ਹੈ। ਇਸ ਦਾ ਅਰਥ ਹੈ ਕਿ ਮਾਲਕ ਦੇ ਹੁਕਮ ਦੇ ਵਿੱਚ ਹੀ ਕਈ ਮਨੁੱਖ ਭਟਕ ਰਹੇ ਨੇ। ਫਿਰ ਈੜੀ ਨੂੰ ਸਿਹਾਰੀ, ਕੱਕੇ ਨੂੰ ਔਂਕੜ ਸ਼ਬਦ ਆਪਾਂ ਪੜ੍ਹਦੇ ਹਾਂ। ਗੁਰਾ ਇੱਕ ਦੇਹ 부ਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ। ਇੱਥੇ ਹੁਣ ਦੋ ਵਾਰ ਇੱਕ ਸ਼ਬਦ ਆਇਆ। ਪਹਿਲਾ ਜਿਹੜਾ ਸ਼ਬਦ ਆਇਆ ਗੁਰਾ ਇੱਕ ਦੇਹ 부ਝਾਈ, ਇੱਥੇ ਇੱਕ ਮੁਕਤਾ ਹੈ, ਕੱਕਾ ਇਸ ਦਾ ਮੁਕਤਾ ਹੈ। ਇਸ ਇੱਕ ਦਾ ਜਿਹੜਾ ਸੰਬੰਧ ਹੈ ਉਹ 부ਝਾਈ ਦੇ ਨਾਲ ਹੈ। ਤੇ 부ਝਾਈ
ये इस्तरी लिंग है। बुझाई का अर्थ है समझ, सिक्ख्या। ये एक लफज बुझाई दे नाल जुड़ेगा। ते अगला जिहड़ा शब्द है गुरा एक देह बुझाई सबना जियां का एक दाता, उत्थे दाता एक वचन पुलिंग है, वाहिगुरु वास्ते वरतिया गया। उत्थे ईड़ी नूं सिहारी काके नूं औंकड़ आया। मेरा कहण दा भाव यह है कि गुरबाणी दे विच तिन्ने शब्द वरते गए ने। व्याकरण के अनुसार गुरबाणी की अपनी एक ग्रामर है, व्याकरण है। ते व्याकरण जिहड़ी है वो वख-वख स्वरूपां नूं सानूं दसदी है कि इसका स्वरूप की है, इसका अर्थ की है। पर धन गुरु नानक साहब महाराज जी ने अखरां दे विच एक शब्द नहीं वरतिया। महाराज ने हिंदसे वाला उत्थे शब्द वरतिया है ते सानूं समझाया है कि जिहड़ा वाहिगुरु है उसके अर्थ बहुत नहीं हो सकते। उसका अर्थ केवल एक ही है कि वह वाहिगुरु एक है, वो पालन वाला है, वही पैदा करने वाला है ते वही मारन वाला है। धन गुरु नानक साहब सच्चे पातशाह महाराज जी दी धन गुरु ग्रंथ साहब महाराज जी दे विच एक बाणी है जिसनूं आपां ओंकार दी बाणी कहने आ। भावें कि आपां नाल दखणी भी जोड़दे हां पर दखणी बाणी दे नाल नहीं जुड़दा। इत्थे बाणी दा नाम ओंकार है। ते इस अमृत बाणी दे विच धन गुरु नानक साहब सच्चे पातशाह महाराज उस ओंकार दे बारे जिक्र करदिआं कहंदे ने ओ उस अंकार तो ही सारे देवी देवते पैदा होए ने, जिन्हां नूं तुसीं मनदे हो कि ये सारी सृष्टि दे पालन वाले ने। महाराज जी कहंदे ने इक्को तो ही ये सारा पसारा हो रहा। ओंकार ब्रह्मा उत्पत्त, ओंकार किया जिनचित, ओंकार सैल जुग भये, ओंकार वेद निर्मय। गुरु नानक साहब महाराज सच्चे पातशाह जी ने एक दे उत्ते जिन्ना जोर दिता है होर किसी धर्म के देवी देवते ने जां पैगंबर ने जां अवतार ने एक ते उन्ना जोर नहीं दिता। उसका कारण यह है कि जदों कोई मनुख होर किसी की गल करता है तो महसूस करता है मेरी मानता घट गई है। पर गुरु नानक साहब महाराज जी ने कदे ये नहीं आख्या कि मैं बहुत वड्डा हाँ जां मैं सतगुरु हाँ। गुरु नानक साहब महाराज तां जपजी साहब दे विच भी अपने आप नूं बड़ी निमरता दे विच कहंदे ने नानक नीच कहे विचार वारिया ना जावां एक बार। गुरु नानक साहब महाराज उसे परमात्मा नूं कहंदे ने वो परमात्मा सब तों वड्डा है ते मैं वड्डा जान के उस वाहिगुरू नूं ध्याउंदा हाँ, याद करदा हाँ। ते जे तुसीं उसदी प्राप्ति करनी है मैं ये नहीं आखदा कि तुसी मेरी गल नूं मन लवो। धन गुरु नानक साहब सच्चे पातशाह महाराज जी कहंदे ने उस परमात्मा दे पिछे लगो, परमात्मा दे नाल जुड़ो। हिंदू धर्म दे एक प्रचारक सन जिन्हां दा नाम सी स्वामी राम तीर्थ जी। स्वामी राम तीर्थ दे जीवन की एक घटना है। उस घटना तो सानू सिक्ख्या मिलेगी कि वाहिगुरु सारियां दा मूल है। उस वाहिगुरु दे नाल जुड़ना साडी एक जरूरत है। साडा कोई स्वार्थ नहीं है कि जे वाहिगुरु दे नाल जुड़ांगे तो सानू दुनियावी कोई वस्तु प्राप्त होवेगी। ये हर एक मनुख की एक जरूरत है, एक लोड़ है। ते महाराज जी कहंदे ने जिन्ना चिर तक ये आत्मा परमात्मा नहीं हो जाती उन्ना चिर तक ये आत्मा इसे तरह आवागमन के चक्कर दे विच पई रहिंदी है। ते स्वामी राम तीर्थ जी कहा जाता है जापान गए ने। जापान के शाही महल दे विच वो टिके हुए ने। शाही महल दे विच उन्हां ने गमलियां दे विच पौधे वेखे ने, कुछ फुट उच्चे सन। ते उन्हां ने एक माली नूं सवाल किया, कहन लगे ये रुख का नाम की है, पौधे का नाम की है। वो माली कहन लगा असल दे विच जिहड़े ये पौधे इस गमले दे विच लगे हुए ने ये पहाड़ी दरखत ने। ते इन्हां दी जड़ नूं कट के इन्हां दे मूल नूं कट के जे कोई सियाणा माली गमले दे विच ला लवे ते उच्चे नहीं हुंदे।
पर जे पहाड़ के उत्ते रुख लगा होवे ते 200 तो 250 फुट उच्चा हो जाता है। तो माली कहन लगा इसनूं आपां जड़ कट के इसका मूल कट के गमले दे विच ला दिता, हुण वड्डा नहीं होवेगा, उच्चा नहीं होवेगा, ये बौना ही रहेगा, ये छोटा ही रहेगा। स्वामी राम तीर्थ जी कहते हैं मैं उस माली दे कोलों एक गल सीखी कि जेड़ा मनुख अध्यात्मिक जीवन दे विच तरक्की करना चाहुंदा है वो एक मूल दे नाल जुड़ जावे, पर जिसका मूल दे नाल संबंध टुट गया है वो आध्यात्मिक जीवन दे विच उस रुख की तरह बौना हो जाता है, छोटा ही रहिंदा है, वो कदे विकास नहीं करता। इसे करके हजूर अमृत बाणी दे विच कई बार ये कहंदे ने होर किहड़ा है जिस दे नाल मैं जुड़न की गल करां, जिस दे बारे उपदेश करां। मैं ते तुहानू सदा आखदा हां अस्त एक दिगर कोई, एक तुई एक तुई। महाराज अमृत बाणी दे विच कहंदे ने जे किसी होर दे नाल जुड़ोगे तो हो सकता है कोई समय दे बाद संसार तो चलाना कर जावे, पर वो वाहिगुरु कदे चलाना नहीं करता। हजूर अमृत बाणी विच कहंदे ने सदा सदा सो सेविया जो सब में रहा समाए, अवर दूजा क्यों सेविया जो जम्मै तै मर जाए। धन गुरु नानक साहब सच्चे पातशाह महाराज यात्रावां करदियां करदियां अज जदों एक फकीर दे कोल पहुंचे तो वह फकीर कहंदा है कि तुसीं अल्लाह दे उस खुदा दे बंदे हो, बड़ी पाक रूह तुहानू सारी एक कायनात मन रही है, बड़े लोग तुहानू सवाल करते हैं, तुसीं उन्हां दे जवाब देंदे हो। मेरे मन विच भी एक शंका है, सवाल है। कहन लगा जे मैं सवाल करां की जवाब देवोगे? गुरु नानक साहब महाराज कहंदे ने जरूर देवांगा। सानू बहुत इस तरह के सिद्ध जोगी सवाल करते हैं, सवालों के जवाब आपां जरूर देने आ। वो फकीर कहन लगा खुदा दे बारे मेरे एक मन विच जहन में सवाल है कि जिस खुदा दे बारे अल्लाह ताला दे बारे सारे पैगंबर कह रहे ने कि उस वर्गा कोई होर अजमत वाला नहीं है, ताकत वाला नहीं है, कि तुसीं दस सकदे हो कि संसार दे विच इस तरह की भी कोई चीज़ है, कोई शै है जो उस खुदा दे कोल भी ना हो सकती होवे, जो खुदा भी ना कर सकता होवे। उन्हें सवाल किया फारसी विच, परशियन विच। कहन लगा आ कुदाम शै अस्त गुर खुदा खुद खुआद वाले पैदा नमेशवद। धन गुरु नानक साहब महाराज कहते ने हाँ है। मन विच एकदम नवे नवे वो ख्याल पैदा हो गए कि हो सकता है परमात्मा विच भी कोई कमजोरी होवे, कोई घाट होवे, कोई कमी होवे जो वो खुदा ना कर सकता होवे। कहन लगा मैं बड़े बड़े चिरां तो सोचता सा, मेरा सवाल ठीक सी। धन गुरु नानक साहब महाराज कहते हैं एक चीज़ है जो खुदा नहीं कर सकता। केड़ी चीज़? गुरु नानक साहब महाराज कहते हैं वो खुदा अपने वर्गा खुदा नहीं बना सकता। हजूर ने अमृत बाणी दे विच भी फरमान किया है, तो फारसी दे विच जो उसने सवाल किया महाराज जी कहन लगे आ खुदा अस्त गुर खुदा खुद खुआहद खुदाए दीगर पैदा नमेशवद। पर महाराज कहते ने ये परमात्मा की कमी नहीं, ये कोई घाट नहीं, ये कमजोरी नहीं, ये परमात्मा का वड्डा गुण है। गुण ये होर ना ही कोई, ना को होआ ना को होए। उस खुदा दे वर्गा अज तक ना कोई पैदा होया ते ना आउण वाले समय दे विच कोई पैदा होवेगा। महाराज कहते ने परमात्मा का गुण है। धन गुरु नानक साहब महाराज जी ने जो उपदेश जप बाणी दे विच बख्शिश किया है, बाकी गुरु साहबान ने भी यही उपदेश नूं फॉलो किया है। गुरु नानक साहब महाराज जी के नक्शे कदम ते बाकी भी सिख गुरु साहबान चले ने। कलगीधर पातशाह जी चमकौर साहब नूं जदों 6-7 पोह की रात नूं चमकौर की गड़ी छड्डदे ने, भाई दया सिंह जी,
ਭਾਈ ਧਰਮ ਸਿੰਘ ਜੀ ਤੇ ਭਾਈ ਮਾਨ ਸਿੰਘ ਜੀ ਹਜ਼ੂਰ ਦੇ ਨਾਲ ਨੇ। ਰਾਤ ਦਾ ਸਮਾਂ ਤੇ ਸਾਰੇ ਜਿਹੜੇ ਸਿੱਖ ਨੇ ਵੱਖ-ਵੱਖ ਦਿਸ਼ਾਵਾਂ ਦੇ ਵਿੱਚ ਨਿਕਲੇ ਹੋਏ ਨੇ, ਤਾਂ ਜੋ ਦੁਸ਼ਮਣ ਨੂੰ ਇਹ ਨਾ ਅਹਿਸਾਸ ਹੋਵੇ, ਇਹ ਨਾ ਪਤਾ ਲੱਗੇ ਕਿ ਕੋਈ ਸਿੱਖ ਨੇ ਜੋ ਇਕੱਠੇ ਹੋ ਕੇ ਇੱਕ ਥਾਂ ਤੇ ਬੈਠੇ ਹੋਏ ਨੇ। ਮਹਾਰਾਜ ਨੇ ਵੱਖ-ਵੱਖ ਦਿਸ਼ਾਵਾਂ ਦੇ ਵਿੱਚ ਭਾਈ ਦਇਆ ਸਿੰਘ ਨੂੰ ਵੱਖਰੀ ਦਿਸ਼ਾ ਵਿੱਚ ਭੇਜਿਆ, ਭਾਈ ਧਰਮ ਸਿੰਘ ਜੀ ਨੂੰ ਵੱਖਰੀ ਦਿਸ਼ਾ ਵਿੱਚ, ਭਾਈ ਮਾਨ ਸਿੰਘ ਜੀ ਨੂੰ ਵੱਖਰੀ ਦਿਸ਼ਾ ਵਿੱਚ। ਤੇ ਹਜ਼ੂਰ ਨੇ ਕਿਹਾ ਸੀ ਜਦੋਂ ਇਹ ਤਾਰੇ ਇੱਕੋ ਸੇਧ ਵਿੱਚ ਆ ਜਾਣ, ਤੁਸੀਂ ਉਸ ਸਮੇਂ ਆ ਕੇ ਮੈਨੂੰ ਮਿਲਣਾ ਹੈ। ਭਾਈ ਦਇਆ ਸਿੰਘ ਜੀ ਆਏ ਨੇ, ਭਾਈ ਮਾਨ ਸਿੰਘ ਜੀ ਵੀ ਭੱਜੇ ਆ ਰਹੇ, ਦੌੜੇ ਆ ਰਹੇ ਨੇ। ਤੇ ਜਦੋਂ ਆ ਕੇ ਮਿਲੇ ਭਾਈ ਦਇਆ ਸਿੰਘ ਜੀ ਬੜੇ ਉਤਾਵਲੇ ਜਿਹੇ ਹੋ ਕੇ ਹੱਥ ਜੋੜ ਕੇ ਕਹਿ ਰਹੇ ਨੇ, ਮਹਾਰਾਜ ਦੁਸ਼ਮਣ ਦੀ ਸੈਨਾ ਪਿੱਛੇ ਚੜ ਕੇ ਆ ਰਹੀ, ਉਹਨਾਂ ਨੇ ਹਮਲਾ ਕਰ ਦਿੱਤਾ ਹੈ। ਕਹਿਣ ਲੱਗੇ ਆਪਾਂ ਕੇਵਲ 3 ਹਾਂ। ਉਸ ਸਮੇਂ ਕੇਵਲ ਭਾਈ ਦਇਆ ਸਿੰਘ ਜੀ, ਭਾਈ ਮਾਨ ਸਿੰਘ ਜੀ ਆਏ ਨੇ। ਕਹਿਣ ਲੱਗੇ ਆਪਾਂ ਕੇਵਲ 3 ਹਾਂ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਸਾਡੇ ਪਿੱਛੇ ਫੌਜ ਚੜ ਕੇ ਆ ਰਹੀ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਨੇ, ਭਾਈ ਦਇਆ ਸਿੰਘ ਜੀ ਘਬਰਾਉਂਦੇ ਕਿਉਂ ਹੋ? ਆਪਾਂ 3 ਨਹੀਂ, ਆਪਾਂ 4 ਹਾਂ। ਅੱਗੋਂ ਬੜੇ ਵਿਆਕੁਲ ਜਿਹੇ ਹੋ ਕੇ ਭਾਈ ਦਇਆ ਸਿੰਘ ਜੀ ਕਹਿੰਦੇ ਨੇ, ਮਹਾਰਾਜ ਆਪਾਂ ਤੇ 3 ਹਾਂ। ਭਾਈ ਮਾਨ ਸਿੰਘ ਜੀ ਸਾਡੇ ਨਾਲ ਨੇ ਤੇ ਆਪ ਜੀ ਹੋ, ਚੌਥਾ ਕੌਣ ਹੈ? ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ, ਉਸ ਚੌਥੇ ਨੂੰ ਕਦੇ ਭੁੱਲੋ ਨਾ, ਉਹ ਇੱਕ ਵਾਹਿਗੁਰੂ ਸਾਡੇ ਨਾਲ ਹੈ। ਤੇ ਜਿੰਨਾ ਚਿਰ ਤੱਕ ਉਹ ਵਾਹਿਗੁਰੂ ਸਾਡੇ ਨਾਲ ਹੈ, ਲੱਖਾਂ ਦੀ ਗਿਣਤੀ ਦੇ ਵਿੱਚ ਵੀ ਭਾਵੇਂ ਉਹ ਸੈਨਾ ਆ ਜਾਵੇ, ਫੌਜ ਆ ਜਾਵੇ, ਸਾਡਾ ਕੁਝ ਵਿਗਾੜ ਨਹੀਂ ਸਕਦੀ। ਕਲਗੀਧਰ ਪਾਤਸ਼ਾਹ ਮਹਾਰਾਜ ਜ਼ਫਰਨਾਮੇ ਦੀ ਬਾਣੀ ਵਿੱਚ ਕਹਿੰਦੇ ਨੇ, ਹਕੇ ਯਾਰ ਬਾਸ਼ਦ ਚ ਦੁਸ਼ਮਨ ਕੁਨਦ, ਅਗਰ ਦੁਸ਼ਮਨੀ ਰਾ ਬਸਦ ਤਨ ਕੁਨਦ। ਮਹਾਰਾਜ ਜੀ ਕਹਿੰਦੇ ਨੇ ਕਿ ਸੈਂਕੜੇ ਦੀ ਗਿਣਤੀ ਵਿੱਚ ਨਹੀਂ, ਭਾਵੇਂ ਅਣਗਿਣਤ ਫੌਜ ਆ ਜਾਵੇ, ਸਾਡਾ ਬਾਲ ਵੀ ਬਾਕਾ ਨਹੀਂ ਕਰ ਸਕਦੀ, ਸਾਡੇ ਸਰੀਰ ਨੂੰ ਕੋਈ ਹਾਨੀ ਨਹੀਂ ਪਹੁੰਚਾ ਸਕਦੀ, ਜੇ ਉਹ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਸਾਡੇ ਉੱਤੇ ਹੋਵੇ। ਇਸ ਕਰਕੇ ਮਹਾਰਾਜ ਅੰਮ੍ਰਿਤ ਬਾਣੀ ਦੇ ਵਿੱਚ ਸਾਨੂੰ ਸਮਝਾ ਰਹੇ ਨੇ ਕਿ ਇੱਕ ਓੰਕਾਰ ਦੇ ਨਾਲ ਜੁੜਨਾ ਹਰੇਕ ਮਨੁੱਖ ਦੀ ਇੱਕ ਜ਼ਰੂਰਤ ਹੈ, ਇੱਕ ਲੋੜ ਹੈ। ਇਹ ਕੋਈ ਸਵਾਰਥ ਨਹੀਂ ਹੈ ਕਿ ਇਹ ਕੰਮ ਕਰਾਂਗੇ ਤੇ ਸਾਨੂੰ ਕੋਈ ਬਦਲੇ ਦੇ ਵਿੱਚ ਕੋਈ ਚੀਜ਼ ਪ੍ਰਾਪਤ ਹੋਵੇਗੀ। ਮਹਾਰਾਜ ਕਹਿੰਦੇ ਨੇ ਕਿ ਹਰੇਕ ਮਨੁੱਖ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਪਰਮਾਤਮਾ ਹੋਣਾ ਸਾਡਾ ਇੱਕ ਭਵਿੱਖ ਹੈ ਤੇ ਸਾਰਿਆਂ ਨੂੰ ਇਹ ਜ਼ਰੂਰੀ ਹੈ। ਇੱਕ ਅਦੀਬ ਬੜੇ ਸੁੰਦਰ ਢੰਗ ਦੇ ਨਾਲ ਆਪਣੀ ਕਾਵ ਰਚਨਾ ਦੇ ਵਿੱਚ ਸਮਝਾ ਰਹੇ ਨੇ ਕਿ ਜਿਹੜਾ ਵਾਹਿਗੁਰੂ ਨੂੰ ਛੱਡ ਕੇ ਵੱਖ-ਵੱਖ ਦਰਾਂ ਦੇ ਉੱਤੇ, ਦਰਵਾਜ਼ਿਆਂ ਦੇ ਉੱਪਰ ਭਟਕਦਾ ਫਿਰਦਾ ਹੈ, ਨਾ ਤਾਂ ਉਸ ਦਰਵਾਜ਼ੇ ਦੇ ਉੱਪਰ ਉਸ ਦੀ ਕਦਰ ਕੋਈ ਹੁੰਦੀ ਹੈ ਤੇ ਨਾ ਹੀ ਹੋਰ ਕਿਸੇ ਦਰਵਾਜ਼ੇ ਦੇ ਉੱਪਰ ਕਦਰ ਕੋਈ ਹੁੰਦੀ ਹੈ। ਅੱਜ ਇੱਕ ਸੈਲਾਨੀ ਬਾਗ ਦੇ ਵਿੱਚ ਆਇਆ ਹੋਇਆ ਹੈ ਤੇ ਬਾਗ ਦੇ ਵਿੱਚ ਉਹ ਵੇਖ ਰਿਹਾ ਇੱਕ ਭੌਰਾ ਉੱਡ ਰਿਹਾ ਹੈ ਤੇ ਭੌਰਾ ਉੱਡ ਕੇ ਵੱਖ-ਵੱਖ ਫੁੱਲਾਂ ਦੇ ਉੱਪਰ ਜਾ ਕੇ ਬੈਠਦਾ ਹੈ, ਗੁੰਜਾਰ ਪਾਉਂਦਾ ਹੈ, ਰਸ ਨੂੰ ਮਾਣਦਾ ਹੈ ਤੇ ਫਿਰ ਉੱਡ ਜਾਂਦਾ ਹੈ। ਉਸਨੇ ਵੇਖਿਆ ਇੱਕ ਗੁੱਟੇ ਦਾ ਫੁੱਲ ਹੈ, ਉੱਥੇ ਗੁਲਾਬ ਦਾ ਫੁੱਲ ਹੈ, ਉਸੇ ਬਾਗ ਦੇ ਵਿੱਚ ਚੰਪੇ ਦਾ ਫੁੱਲ ਵੀ ਹੈ। ਪਰ ਉਹ ਸੈਲਾਨੀ ਹੈਰਾਨ ਹੋਇਆ ਕਿ ਭੌਰਾ ਸਭ ਫੁੱਲਾਂ ਦੇ ਉੱਪਰ ਜਾ ਕੇ ਬੈਠਦਾ ਹੈ, ਰਸ ਨੂੰ ਮਾਣਦਾ ਹੈ, ਗੁੰਜਾਰ ਪਾਉਂਦਾ ਹੈ, ਉੱਡ ਜਾਂਦਾ ਹੈ। ਪਰ ਜਦੋਂ ਚੰਪੇ ਦੇ ਫੁੱਲ ਦੇ ਨੇੜੇ ਆਉਂਦਾ ਹੈ ਤੇ ਆਲੇ ਦੁਆਲੇ ਘੁੰਮ ਕੇ ਫਿਰ ਉੱਡ ਜਾਂਦਾ, ਇੱਥੇ ਬੈਠਦਾ ਕਿਉਂ ਨਹੀਂ, ਰਸ ਕਿਉਂ ਨਹੀਂ ਮਾਣਦਾ? ਉਸਨੇ ਸਵਾਲ ਕੀਤਾ। ਇੱਕ ਕਵੀ ਦੀ ਕਲਪਨਾ ਹੈ, ਕਲਪਨਾ ਦੇ ਰਾਹੀਂ ਉਸਨੇ ਸਮਝਾਉਣ ਦਾ ਯਤਨ ਕੀਤਾ। ਕਹਿਣ ਲੱਗਾ, ਚੰਪਾ ਤੁਝ ਮੇਂ ਤੀਨ ਗੁਣ, रूप रंग अरवास, वो अवगण क्या तुझ में भवर न बैठे पास। कहन लगा जे फुल्लां दी विशेषता दी गल करां, आम तौर ते जिस फुल दे विच 3 तरह दीयां विशेषतावां होण उस नूं बहुत महान मन्निया जांदा है।
जिसका रंग बहुत खूबसूरत होवे, रूप बहुत चंगा होवे, ते जिसकी वासना जिसकी सुगंधी बहुत ज्यादा चंगी होवे, उस फुल नूं बहुत महान मन्निया जाता है। ऐ चंपे दे फुल, तेरे विच ये तिन्ने गुण ने, पर तेरे विच केड़ा ऐसा एक अवगुण है जिस करके ये भौरा तेरे आस पास बैठता नहीं है, तेरे रस नूं नहीं माणदा। अगों उस चंपे दे फुल ने जवाब दिता, चंपे दे फुल दे विचों आवाज आई, रसिया मुझ में 3 गुण, रूप रंग अरबास, जगह जगह के मीत को कौन बिठाए पास। ये सच है, मेरे विच 3 गुण ने, रूप भी है, रंग भी है, सुगंधी भी है। अवगुण मेरे विच नहीं, अवगुण इस भौरे दे विच है। ये भौरा ते मेरे कोल आउंदा, मैं ही बैठन नहीं दिंदा। भौरा ते मेरे रस नूं माणन दा यतन करदा है, कोशिश करदा है, बड़ी तांग है, बड़ी इच्छा है। मैं ही इस नूं कह दिंदा हां कि तू थां थां दे उत्ते भटकदा है, एक दा उपासक नहीं, एक दा आशिक नहीं। तू वख वख फुल्लां दे उपर जाके बैठदा है, तू सुगंधी माणदा है, रस माणदा है, पर मैं तेनों अपना रस प्राप्त नहीं करन देवांगा। वो जिहड़ा चंपे दा फुल है, भौरे नूं कह रहा, रसिया मुझ में 3 गुण, रूप रंग अरबास, जगह जगह के मीत को कौन बिठाए पास। इसी तरह धन गुरु ग्रंथ साहिब महाराज की अमृत बाणी सानू समझा रही है कि जेड़ा एक ओंकार दा वाहिगुरु दा उपासक है, उसकी चाकरी करता है, वाहिगुरु उस उपर कृपा दृष्टि करता है, तो जड़ा वख वख दरवाजियां दे उपर जाके बैठ जाता है, तो जुबान दे नाल ये गल आखदा है कि जिन्ने भी देवी देवते ने, जिन्ने भी पीर ने, पैगंबर ने, अवतार ने, सारे इको ही ने। पर धन गुरु नानक साहब महाराज जी इस गल नाल बिल्कुल सहमत नहीं हुए। कारण क्योंकि सारियां दा मकसद एक नहीं है, सारियां दा सिद्धांत एक नहीं है, सारियां दी सिक्ख्या एक नहीं है। हरेक अवतार पहला अपने नाल जोड़दा है, पर गुरु नानक साहब महाराज जी ने अपने शरीर दे नाल नहीं जोड़िया। गुरु नानक साहब महाराज जी ने अकाल दे पुजारी बनाया है। इसे करके कलगीधर पातशाह जी कहते ने, खालसा अकाल पुरख की फौज, ਜਾਂ पूजा अकाल की, परचा शब्द का, दीदार खालसे का। सानू एक दे उपासक बनाया है। ते धन गुरु तेग बहादुर महाराज सच्चे पातशाह महाराज जी, जिन्हां दा कल दे दिन 25 अप्रैल नूं गुरगद्दी दिवस सी, ते अगले समय दे विच धन गुरु तेग बहादुर महाराज दा 1 मई नूं प्रकाश पुरब भी आ रहा, 400 साला पुरब। धन गुरु तेग बहादुर सच्चे पातशाह महाराज जी ने 59 शब्द उचारण किए ने, 57 श्लोक उचारे ने, ते महाराज श्लोकां दे विच भी इस गल नूं दृढ़ करवाउंदे ने कि जिहड़ा एक दा वफादार हो जांदा है, मालक उसदी चिंता करदा है, फिक्र करदा है। जिसनूं आपां बड़ा तुच्छ जिहा समझदे आ, कुत्ता जो कि घर दे विच रखवाली करदा है, धन गुरु तेग बहादुर सच्चे पातशाह महाराज जी कहंदे ने, जे वो कुत्ता वफादार है ते मालक अपने कुत्ते की चिंता करदा है। कोई शरीर नूं रोग लग जाए, दवाई दारू का प्रबंध करदा है, टीका लवाउंदा है, जे भुख लगी होवे उसनूं खाना दिंदा है। पर जे उही कुत्ता एक मालक दा वफादार ना होवे ते दर दर दे उत्ते भटकदा फिरदा होवे, ते वो मालक कदे भी उस कुत्ते की चिंता नहीं करता, फिक्र नहीं करता। ते जदों भगती की गल आई, जदों सिमरन की गल आई, तो धन गुरु तेग बहादुर महाराज पता की कहंदे ने, कहंदे ने जे भगती करनी है तो उस कुत्ते की तरह कर। बड़ी सानू औखी जी गल लगेगी, बड़ी हैरानीजनक गल लगेगी, असरज जी गल लगेगी कि जे भगती करनी है तो कुत्ते की तरह किवें हो सकती है। पर धन गुरु तेग बहादुर महाराज जी कहंदे ने, स्वामी को गृह ज्यों सदा, स्वान तजत नहीं नित, स्वान दा अर्थ है कुत्ता। स्वामी को गृह ज्यों सदा, स्वान तजत नहीं नित, नानक एह बिद हर भजो,
बिद दा अर्थ है तरीका, ढंग। महाराज जी कहते हैं इस तरीके दे नाल उस वाहिगुरू नूं याद कर ध्यान। किस तरह? नानके बिद हर भजाओ, एक मन होए एक चित, एक चित हो के एक मन हो के। जिस तरह पूर्ण तौर ते वो कुत्ता समर्पित है अपने मालक नूं, पूर्ण तौर ते अपने मालक दे अगे डेडीकेट है, वो कदे भी मालक दा कहा मोड़दा नहीं। जिस तरह मालक की खुशी हुंदी उस तरह वो कुत्ता करता है। ते धन गुरु तेग बहादुर महाराज जी सानू समझा रहे ने कि उस वाहिगुरू दे उपासक बनिए, नाल वफादार भी होइए। ये नहीं कि आपां वाहिगुरू वाहिगुरू भी जुबान दे नाल कही जाइए ते फिर अगले दिन आपां होर किसी मंदिर दे विच जाके भी टल खड़का दईए ते मूर्ति अगे मत्था टेक दईए ते नाल आपां आरती भी उतारी जाइए ते ये भी कही जाइए आपां एक अकाल पुरख दे पुजारी हाँ, मैं गुरुद्वारा साहब भी जाना, मैं जपजी साहब भी पढ़दा हाँ, मैं ओंकार दी बाणी भी पढ़दा, सिद्ध गोष्ठ दी बाणी भी पढ़दा। महाराज जी कहंदे तू एक दा उपासक अजे बनिया नहीं, एक बारे हो सकदा सुनिया होवे, एक बारे सुनन दे विच ते एक दे उपासक बनन दे विच बड़ा अंतर है, बड़ा फर्क है। एक अदीब कहंदे ने ये कुत्ता दर दर फिरे, दर दर दुर दुर होए, जो एक दरदा हो के रहे तां क्यों दुर दुर होए। धन गुरु गोबिंद सिंह सच्चे पातशाह महाराज जी दे महान कवियां दे विचों, महान शायरां दे विचों सब तो सिरमौर कवि, सिरमौर शायर भाई साहब भाई नंद लाल साहब जी, जो कि फारसी के महान विद्वान आलम फाजल ने। भाई साहब भाई नंद लाल साहब जी धन गुरु गोबिंद सिंह महाराज जी के दरबार विच आए सन ते उन्होंने एक किताब भेंट की सी ते उस किताब का नाम उन्होंने रखा सी बंदगी नामा। पर कलगीधर पातशाह महाराज जी ने जदों उन्हों की रचना पढ़ी कह लगे तुहाडी रचना ते अंदर अंदर नूं जिंदगी देण वाली है, सिखां नूं जिंदगी देण वाली है। अज तो बाद इस रचना का नाम बंदगी नामा नहीं जिंदगी नामा होवेगा। धन गुरु गोबिंद सिंह महाराज जी के पुजारी ने, उपासक ने, ते जिन्ना चिर तक उन्होंने जीवन गुजारिया है कलगीधर पातशाह महाराज जी के दरबार दे विच आउंदे रहे ने। पर एक दिन बड़ी हैरानीजनक घटना वापरी। भाई नंद लाल साहब जी अज एक पहाड़ी के उपर जाके खलो गए ने। वेखण वाले हैरान ने कि पता नहीं भाई नंद लाल साहब जी नूं की होया, ये उपर पहाड़ी के उपर जाके क्यों खलो गए ने। इन्ने वड्डे विद्वान, इन्ने वड्डे शायर, इन्ने वड्डे कवि, इन्ने ज्यादा सियाणे सूझवान सुलझे हुए, पता नहीं पहाड़ी के उपर चढ़ के की कर रहे ने। भाई नंद लाल साहब जी ने उस पहाड़ी तो एक मिट्टी नूं उठाया है ते मिट्टी नूं, उस राख नूं अपने हथ दे विच लै के हवा दे विच उन्होंने उड़ा दिता ते उस हवा नूं संबोधित करके उन्होंने कुछ बोल के कहन लगे, ऐ हवा मैं कदे किसी दे कोलों कुछ मंगिया नहीं, जे मंगिया ते केवल कलगीधर दे दरबार दे विचों, मैं कुदरत दे विचों किसे होर दे कोलों कुछ नहीं मंगिया, पर मैं अज तेरे कोलों एक चीज़ मंगनी है। एक कवि दी कल्पना भी है, एक कवि दियां कुदरत दे नाल गल्लां भी है, विचारां भी ने। भाई नंद लाल साहब जी उस हवा नूं संबोधन करके कहंदे ने कि ऐ हवा मैं कलगीधर पातशाह दे दरबार दे विच सारा जीवन गुजारिया है ते जदों मेरे इस तन दी राख बन जावे, तन खत्म हो जावे ते तू मेरे उत्ते एक किरपा करी, मेरे तन दी राख नूं वख-वख दरां दे उत्ते लै के ना जावीं। ये ना होवे कि मेरी जिहड़ी ये राख है होर किसी पीर फकीर दे पैरां दे विच रुलदी फिरदी होवे ते लोग ये कहण कि भाई नंद लाल दी ये राख इत्थे रुल रही है। लोग कहणगे ये हरजाई है, एक दा उपासक नहीं, एक दा आशिक नहीं,
ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਨੇ ਕਿ ਜੇ ਮੇਰੇ ਸਰੀਰ ਦਾ ਅੰਤ ਹੋਣਾ ਹੈ ਤੇ ਮੇਰੇ ਸਰੀਰ ਦਾ ਅੰਤ ਹੋਣ ਤੋਂ ਬਾਅਦ ਵੀ ਮੇਰੇ ਸਰੀਰ ਦੀ ਜਿਹੜੀ ਇਹ ਰਾਖ ਹੈ ਉਹ ਕਲਗੀਧਰ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਹੀ ਰਹੇ ਤੇ ਆਉਣ ਵਾਲੇ ਸਿੱਖਾਂ ਨੂੰ ਇਹ ਸਿੱਖਿਆ ਦੇਵੇ ਕਿ ਜੇ ਸਿੱਖੀ ਨੂੰ ਕਮਾਉਣਾ ਹੈ ਤੇ ਜਿਉਂਦਿਆਂ ਜੀ ਵੀ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਸਿੱਖ ਬਣ ਕੇ ਰਹੋ ਤੇ ਮਰਨ ਤੋਂ ਬਾਅਦ ਵੀ ਇੱਕ ਉਦਾਹਰਨ, ਇੱਕ ਆਦਰਸ਼ ਬਣ ਕੇ ਜਾਇਓ ਕਿ ਆਪਣੇ ਤਨ ਦੀ ਰਾਖ ਨੂੰ ਕਿਸੇ ਹੋਰ ਥਾਂ ਦੇ ਉੱਤੇ ਸੁੱਟਣਾ ਨਹੀਂ ਹੈ, ਰੋਲਣਾ ਨਹੀਂ ਹੈ। ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਨੇ ਮਬਰ ਐਬਾਦ ਖਾਕਮ ਅਜ਼ਦਰ ਦੂਸਤ ਦੁਸ਼ਮਨਮ ਸਰ ਜਨਸ਼ ਕੁਨਦ ਕੇ ਖਰਜਾਈਸਤ। ਕਹਿਣ ਲੱਗੇ ਕਿ ਮੇਰੇ ਜਿਹੜੇ ਦੁਸ਼ਮਣ ਨੇ, ਮੇਰੇ ਜਿਹੜੇ ਵੈਰੀ ਨੇ, ਉਹ ਭੰਡੀ ਕਰਨਗੇ, ਪਿੱਠ ਪਿੱਛੇ ਮੇਰੀ ਨਿੰਦਿਆ ਕਰਨਗੇ ਕਿ ਨੰਦ ਲਾਲ ਹਰਜਾਈ ਹੈ, ਇੱਕ ਦਾ ਉਪਾਸ਼ਕ ਨਹੀਂ ਸੀ। ਲੋਕ ਐਵੇਂ ਉਸ ਦੀ ਬੜੀ ਵਡਿਆਈ ਕਰਦੇ ਸਨ, ਐਵੇਂ ਉਸ ਦੀ ਉਸਤਤ ਕਰਦੇ ਸਨ। ਇਹ ਕਲਗੀਧਰ ਪਾਤਸ਼ਾਹ ਦਾ ਅਨੰਨ ਸਿੱਖ ਹੈ, ਬੜਾ ਪਿਆਰਾ ਸਿੱਖ ਹੈ, ਬੜਾ ਅਜ਼ੀਜ਼ ਸਿੱਖ ਹੈ, ਬੜਾ ਨਿਕਟਵਰਤੀ ਸਿੱਖ ਹੈ। ਭਾਈ ਨੰਦ ਲਾਲ ਸਾਹਿਬ ਜੀ ਕਹਿੰਦੇ ਨੇ ਮੈਂ ਨਿੰਦਿਆ ਦਾ ਭਾਰ ਲੈ ਕੇ ਦੁਨੀਆ ਦੇ ਉੱਤੋਂ ਨਹੀਂ ਜਾਣਾ ਚਾਹੁੰਦਾ, ਤੂੰ ਕਿਰਪਾ ਕਰੀ ਮੇਰੇ ਤਨ ਦੀ ਰਾਖ ਨੂੰ ਕਲਗੀਧਰ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਹੀ ਰਹਿਣ ਦੇਵੀਂ। ਇੱਕ ਅਦੀਬ ਬੜਾ ਸੁੰਦਰ ਦ੍ਰਿਸ਼ਟਾਂਤ ਦੇ ਕੇ ਸਾਨੂੰ ਸਮਝਾ ਰਹੇ ਨੇ ਕਿ ਜਿਹੜੀ ਸਿੱਖ ਦੇ ਤਨ ਦੀ ਰਾਖ ਹੈ ਉਹ ਵੀ ਸੰਸਾਰ ਦੇ ਲੋਕਾਂ ਨੂੰ ਇਹ ਸਿੱਖਿਆ ਦਿੰਦੀ ਹੈ ਕਿ ਇੱਕ ਦੇ ਉਪਾਸ਼ਕ ਬਣਿਓ। ਇੱਕ ਦੇ ਉਪਾਸ਼ਕ ਬਣਨ ਦੇ ਨਾਲ ਉਸ ਵਾਹਿਗੁਰੂ ਦੀ ਵੀ ਕਿਰਪਾ ਪ੍ਰਾਪਤ ਹੁੰਦੀ ਹੈ ਤੇ ਸਤਿਗੁਰੂ ਦੀ ਵੀ ਕਿਰਪਾ ਪ੍ਰਾਪਤ ਹੁੰਦੀ ਹੈ। ਬੜਾ ਸੁੰਦਰ ਉਹਨਾਂ ਨੇ ਦ੍ਰਿਸ਼ਟਾਂਤ ਦਿੱਤਾ। ਕਹਿਣ ਲੱਗੇ ਕੱਚੇ ਥਾਂ ਨੂੰ ਆਪਾਂ ਵੇਖਦੇ ਹਾਂ ਤੇ ਕੱਚੇ ਥਾਂ ਦੇ ਉੱਪਰ ਕਈ ਵਾਰ ਆਕਾਸ਼ ਦੇ ਵਿੱਚੋਂ ਕਣੀਆਂ ਡਿੱਗਦੀਆਂ ਨੇ, ਬਾਰਿਸ਼ ਹੁੰਦੀ ਹੈ, ਮੀਂਹ ਪੈਂਦਾ ਹੈ। ਮੀਂਹ ਪੈਣ ਦੇ ਨਾਲ ਉਹ ਕੱਚੀ ਜ਼ਮੀਨ, ਉਹ ਕੱਚੀ ਧਰਤੀ ਗਿੱਲੀ ਹੋ ਜਾਂਦੀ ਹੈ ਤੇ ਕੋਈ ਰਾਹੀ ਆਉਂਦਾ ਹੈ, ਮੁਸਾਫਿਰ ਆਉਂਦਾ ਹੈ ਤੇ ਉਸ ਜ਼ਮੀਨ ਦੇ ਉੱਪਰ ਜਦੋਂ ਪੈਰ ਟਿਕਾਉਂਦਾ, ਪੈਰ ਉਸਦੇ ਛਪ ਜਾਂਦੇ ਨੇ, ਉਹਦੇ ਜਿਹੜੇ ਪੈਰਾਂ ਦੇ ਚਿੰਨ੍ਹ ਨੇ ਉਹ ਜ਼ਮੀਨ ਦੇ ਉੱਪਰ ਲੱਗ ਜਾਂਦੇ ਨੇ। ਤੇ ਉਹ ਅਦੀਬ ਕਹਿੰਦਾ ਹੈ ਜੇ ਕੋਈ ਮਨੁੱਖ ਯਤਨ ਕਰੇ ਕਿ ਮੈਂ ਇਹਨਾਂ ਪੱਗ ਚਿੰਨ੍ਹਾਂ ਨੂੰ, ਪੈਰ ਦੇ ਚਿੰਨ੍ਹਾਂ ਨੂੰ ਚੁੱਕ ਕੇ ਕਿਸੇ ਹੋਰ ਥਾਂ ਤੇ ਲੈ ਕੇ ਚਲਾ ਜਾਵਾਂ ਤੇ ਇਹ ਨਹੀਂ ਹੋ ਸਕਦਾ। ਉਹਨਾਂ ਪੈਰਾਂ ਦੇ ਨਿਸ਼ਾਨਾਂ ਨੂੰ ਉਹ ਖਤਮ ਤੇ ਕਰ ਸਕਦਾ, ਮਿਟਾ ਤੇ ਸਕਦਾ ਹੈ, ਪਰ ਇੱਕ ਥਾਂ ਤੋਂ ਚੁੱਕ ਕੇ ਦੂਜੀ ਥਾਂ ਤੇ ਲੈ ਕੇ ਨਹੀਂ ਜਾ ਸਕਦਾ। ਉਹ ਅਦੀਬ ਕਹਿੰਦੇ ਨੇ ਜੇ ਤੂੰ ਇੱਕ ਪਰਮਾਤਮਾ ਦਾ ਇਸ ਤਰ੍ਹਾਂ ਅਜ਼ੀਜ਼ ਬਣ ਜਾਵੇਂ, ਉਪਾਸ਼ਕ ਬਣ ਜਾਵੇਂ ਤੇ ਤੈਨੂੰ ਵੀ ਇੱਕ ਥਾਂ ਤੋਂ ਚੁੱਕ ਕੇ ਕੋਈ ਹੋਰ ਦੂਜੀ ਥਾਂ ਤੇ ਧੱਕੇ ਦੇ ਨਾਲ ਲੈ ਕੇ ਨਹੀਂ ਜਾ ਸਕੇਗਾ। ਕਿ ਕਿਸੇ ਦੇ ਕੋਲੋਂ ਥੋੜੀ ਜਿਹੀ ਗੱਲ ਸੁਣੀ ਤੇ ਪ੍ਰਭਾਵਿਤ ਹੋ ਗਏ, ਕਿਸੇ ਧਰਮ ਦੇ ਪ੍ਰਚਾਰਕ ਦੇ ਕੋਲੋਂ ਕੋਈ ਸਿੱਖਿਆ ਸੁਣੀ ਤੇ ਬੜੀ ਛੇਤੀ ਪ੍ਰਭਾਵਿਤ ਹੋ ਗਏ ਕਿ ਉਹਨਾਂ ਦੇ ਕੋਲ ਬੜੀ ਕਰਾਮਾਤ ਹੈ, ਬੜੀ ਅਜ਼ਮਤ ਹੈ, ਉਹ ਬੜੇ ਜ਼ਾਹਰਾ ਪੀਰ ਨੇ। ਉਹ ਅਦੀਬ ਕਹਿੰਦੇ ਨੇ ਕੂਚਾ यार में बैठ नक्शे पां की तरह कोई मिटा तो सके पर उठा ना सके। इस तरह सिख दे विच गुण होना चाहिए है। धन गुरु गोबिंद सिंह सच्चे पातशाह महाराज जी इसे करके ही अमृत बाणी दे विच कहंदे ने मैं उस परमात्मा नूं छड्ड के किसी होर नूं ध्याउंदा भी नहीं। तुम्हें छाड़ कोई अवर ना ध्याऊं जो बर चाहूं सो तुम ते पाऊं। जो मैनू कुछ चाहिए हुंदा मैं उस परमात्मा दे कोलों ही हथ जोड़ के मंग लैना है, क्योंकि वो परमात्मा सब तो वड्डा है। ते जो सब तो वड्डा है उस अगे हथ जोड़न दे विच की शर्म, की बदनामी, की बेइज्जती। धन गुरु गोबिंद सिंह सच्चे पातशाह महाराज जो कह रहे ने वही धन गुरु अर्जन साहब महाराज सच्चे पातशाह जी कहते ने कि जिस तरह आपां पुराने समयां दे विच वेखदे हां राजे महाराजियां दे युद्ध होया करदे सन, लड़ाइयां होया करदियां सन। एक वड्डा राजा छोटे राजे नूं हरा दिंदा सी। छोटा राजा हथ जोड़ के अपने मुगट नूं पैरां दे विच रख दिंदा सी, अपने सारे शस्त्रां नूं
ਅੱਗੇ ਰੱਖ ਦਿੰਦਾ ਸੀ, ਸਮਰਪਿਤ ਹੋ ਜਾਂਦਾ ਸੀ। ਜਿਸ ਮਨੁੱਖ ਦਾ ਕੋਈ ਚਾਰਾ ਨਾ ਹੋਵੇ, ਕੋਈ ਪੇਸ਼ ਨਾ ਜਾਂਦੀ ਹੋਵੇ, ਉਹ ਹਾਰ ਮੰਨ ਕੇ ਆਪਣੇ ਸ਼ਸਤਰਾਂ ਨੂੰ ਵੀ ਕਿਸੇ ਦੇ ਅੱਗੇ ਰੱਖ ਦਿੰਦਾ ਹੈ, ਆਪਣੇ ਤਾਜ ਨੂੰ ਲਾ ਕੇ ਵੀ ਦੂਜੇ ਦੇ ਅੱਗੇ ਰੱਖ ਦਿੰਦਾ ਹੈ, ਮੁਕਟ ਨੂੰ ਲਾ ਕੇ ਵੀ ਰੱਖ ਦਿੰਦਾ ਹੈ, ਆਪਣੀ ਪਗੜੀ ਨੂੰ ਲਾ ਕੇ ਵੀ ਰੱਖ ਦਿੰਦਾ ਹੈ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜੇ ਵਾਹਿਗੁਰੂ ਸਾਡੇ ਸਾਹਮਣੇ ਹੈ ਤੇ ਉਸ ਅੱਗੇ ਸਾਡਾ ਕੋਈ ਚਾਰਾ ਹੀ ਨਹੀਂ ਹੈ, ਸਾਡੀ ਕੋਈ ਪੇਸ਼ ਨਹੀਂ ਜਾਂਦੀ। ਤੇ ਜਿਸ ਅੱਗੇ ਕੋਈ ਪੇਸ਼ ਨਾ ਜਾਵੇ, ਉਸ ਦਾ ਇੱਕੋ ਹੀ ਹੱਲ ਹੈ, ਉਸ ਅੱਗੇ ਹੱਥ ਜੋੜ ਦਈਏ, ਆਪਣੀ ਹਾਰ ਮੰਨ ਲਈਏ ਕਿ ਮੈਂ ਤੁਹਾਡੇ ਤੋਂ ਵੱਡਾ ਨਹੀਂ, ਮੈਂ ਤੁਹਾਡੇ ਤੋਂ ਵੱਡਾ ਅਜ਼ਮਤ ਵਾਲਾ ਨਹੀਂ। ਮਹਾਰਾਜ ਜੀ ਕਹਿੰਦੇ ਨੇ, ਜਿਸ ਠਾਕੁਰ ਸਿਓ ਨਾਹੀ ਚਾਰਾ, ਤਾ ਕੋ ਕੀਜੈ ਸਦ ਨਮਸਕਾਰਾ। ਉਸ ਅੱਗੇ ਨਮਸਕਾਰ ਕਰਨੀ ਹੀ ਮਹਾਰਾਜ ਜੀ ਕਹਿੰਦੇ ਨੇ ਵੱਡੀ ਚੀਜ਼ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜੋ ਸਾਨੂੰ ਇੱਕ ਓੰਕਾਰ ਦਾ ਸਿਧਾਂਤ ਦਿੱਤਾ ਹੈ, ਆਪਾਂ ਅੰਮ੍ਰਿਤ ਬਾਣੀ ਨੂੰ ਪੜ੍ਹ ਕੇ ਸਮਝਣ ਦਾ ਯਤਨ ਕਰੀਏ ਕਿ ਏਕੋ ਜਪ, ਏਕੋ ਸਾਲਾਹੇ, ਏਕ ਸਿਮਰ, ਏਕੋ ਮਨ ਆਹੇ। ਕਿਉਂਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਗਦਾਦ ਦੀ ਧਰਤੀ ਦੇ ਉੱਤੇ ਵੀ ਇਹੀ ਸਵਾਲਾਂ ਦਾ ਜਵਾਬ ਦਿੱਤਾ ਸੀ ਕਿ ਇੱਕ ਓੰਕਾਰ ਕੀ ਹੈ, ਇੱਕ ਓੰਕਾਰ ਉਹ ਵਾਹਿਗੁਰੂ ਕਰਦਾ ਕੀ ਹੈ, ਉਹ ਜਿਹੜਾ ਵਾਹਿਗੁਰੂ ਹੈ ਰਹਿੰਦਾ ਕਿੱਥੇ ਹੈ। ਪੀਰ ਦਸਤਗੀਰ ਨੇ ਇਹ 3 ਸਵਾਲ ਕੀਤੇ ਸਨ ਕਿ ਉਸ ਖੁਦਾ ਤੋਂ ਪਹਿਲਾਂ ਕੀ ਸੀ, ਉਹ ਖੁਦਾ ਰਹਿੰਦਾ ਕਿੱਥੇ ਹੈ, ਉਹ ਖੁਦਾ ਕਰਦਾ ਕੀ ਹੈ। ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬੜੇ ਬਾਕਮਾਲ ਢੰਗ ਦੇ ਨਾਲ, ਆਪਣੇ ਤਰੀਕੇ ਦੇ ਨਾਲ ਸਵਾਲਾਂ ਦਾ ਜਵਾਬ ਦਿੱਤਾ ਸੀ ਕਿ ਉਸ ਵਾਹਿਗੁਰੂ ਤੋਂ ਪਹਿਲਾਂ ਕੁਝ ਨਹੀਂ, ਵਾਹਿਗੁਰੂ ਸਾਰਿਆਂ ਦਾ ਆਰੰਭ ਹੈ, ਉਹ ਮੂਲ ਹੈ। ਉਹ ਵਾਹਿਗੁਰੂ ਸਾਰੀ ਸ੍ਰਿਸ਼ਟੀ ਦੇ ਵਿੱਚ ਰਹਿੰਦਾ ਹੈ। ਜਿਉਂ ਜਿਉਂ ਪੇਖੋਂ ਤਾਂ ਹਜ਼ੂਰ, ਦੂਰ ਕਤੂ ਨਾ ਜਾਈ, ਰਵ ਰਹਿਆ ਸਰਬੱਤਰ ਮੈਂ ਮਨ ਸਦਾ ਤੇ ਆਈ। ਜਿਸ ਨੂੰ ਭਗਤ ਨਾਮਦੇਵ ਸਾਹਿਬ ਜੀ ਕਹਿੰਦੇ ਨੇ, ਈਬੈ ਬੀਠੁਲ ਊਬੈ ਬੀਠੁਲ, ਬੀਠੁਲ ਬਿਨ ਸੰਸਾਰ ਨਹੀਂ, ਥਾਂ ਤਨੰਤਰ ਨਾਮਾ ਪ੍ਰਣਵੈ ਪੂਰ ਰਹਿਓ ਤੂੰ ਸਰਬਮਈ। ਉਹ ਕਰਦਾ ਕੀ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਕਿਹਾ ਸੀ ਕਿ ਉਹ ਖੁਦਾ, ਉਹ ਅੱਲਾਹ ਤਾਲਾ ਭਿਖਾਰੀਆਂ ਨੂੰ ਸ਼ਹਿਨਸ਼ਾਹ ਬਣਾ ਦਿੰਦਾ, ਤੇ ਜਿਹੜੇ ਭਿਖਾਰੀ ਨੇ ਉਹਨਾਂ ਨੂੰ ਸ਼ਹਿਨਸ਼ਾਹ ਬਣਾ ਦਿੰਦਾ ਹੈ, ਤੇ ਜਿਹੜੇ ਸ਼ਹਿਨਸ਼ਾਹ ਨੇ ਕਈ ਵਾਰ ਉਹਨਾਂ ਨੂੰ ਭਿਖਾਰੀ ਬਣਾ ਦਿੰਦਾ ਹੈ। ਇਹ ਪਰਮਾਤਮਾ ਦਾ ਬਿਰਧ ਹੈ। ਪਰਮਾਤਮਾ ਉਹ ਖੁਦਾ ਇਹੀ ਕੁਝ ਕਰਦਾ, ਭਿਖਾਰੀ ਤੇ ਰਾਜ ਕਰਾਵੇ, ਰਾਜਾ ਤੇ ਭਿਖਾਰੀ, ਖਲ ਪੰਡਿਤ ਤੇ ਮੂਰਖ ਕਰਬੋ ਪੰਡਿਤ ਤੇ ਮੁਗਧਾਰੀ। ਸਤਿਗੁਰੂ ਜੀ ਦਇਆ ਕਰਨ ਦੀਵਾਨਾਂ ਦੀ, ਟਾਈਮ ਦੀ ਸੰਪੂਰਨਤਾ ਹੈ। ਆਪ ਸਭ ਸੰਗਤ ਦਾ ਬਹੁਤ ਬਹੁਤ ਹਾਰਦਿਕ ਧੰਨਵਾਦ, ਜਿਨ੍ਹਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚੋਂ ਉਸ ਇੱਕ ਓੰਕਾਰ ਦੇ ਬਾਰੇ, ਵਾਹਿਗੁਰੂ ਦੇ ਸੰਬੰਧ ਦੇ ਵਿੱਚ ਵਿਚਾਰ ਸਰਵਣ ਕੀਤੀ ਹੈ। ਇਸ ਵਿਚਾਰ ਨੂੰ ਸਰਵਣ ਕਰਨ ਦਾ ਸਾਡਾ ਇਹ ਮਕਸਦ ਹੈ, ਇਹ ਮਨੋਰਥ ਹੈ, ਇਹ ਲਾਭ ਹੈ, ਇਹ ਫਾਇਦਾ ਹੈ ਕਿ ਆਪਾਂ ਇੱਕ ਓੰਕਾਰ ਦੇ ਪੁਜਾਰੀ ਬਣੀਏ। ਬਾਕੀ ਜਿੰਨੇ ਵੀ ਸੰਸਾਰ ਦੇ ਵਿੱਚ ਦੇਹਧਾਰੀ ਗੁਰੂ ਨੇ, ਉਹਨਾਂ ਨੂੰ ਆਪਾਂ ਤਿਆਗ ਦੇਈਏ ਤੇ ਜੀਵਨ ਦੇ ਵਿੱਚ ਐਸੀ ਇੱਕ ਸਿੱਖਿਆ ਨੂੰ ਧਾਰਨ ਕਰੀਏ, ਜਿਸ ਸਿੱਖਿਆ ਨੂੰ ਧਾਰਨ ਕਰਨ ਦੇ ਨਾਲ ਸਾਡਾ ਜੀਵਨ ਵੀ ਰਤਨਾਂ ਵਰਗਾ, ਜਵਾਹਰਾਤਾਂ ਵਰਗਾ, ਹੀਰਿਆਂ ਵਰਗਾ ਹੋ ਸਕਦਾ ਹੈ। ਮਹਾਰਾਜ ਜੀ ਕਹਿੰਦੇ ਨੇ, ਮੱਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਹਜ਼ੂਰ ਕਿਰਪਾ ਕਰਨ। ਧੰਨ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਔਰ ਇਸ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਆਪ ਸਭ ਸੰਗਤ ਦਾ ਬਹੁਤ ਬਹੁਤ ਹਾਰਦਿਕ ਧੰਨਵਾਦ, ਜਿਨ੍ਹਾਂ ਨੇ ਆਪ ਸਭ ਸੰਗਤ ਦੇ ਦਰਸ਼ਨ ਕਰਵਾਏ ਨੇ। ਹੋਈਆਂ ਭੁੱਲਾਂ ਦੀ ਖਿਮਾ, ਗੁਰਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ